ਗੁਰਬਚਨ ਸਿੰਘ ਭੁੱਲਰ ਦੀ ਪੁਸਤਕ ਕੱਚੇ ਦੁੱਧ ਵਰਗੇ ਲੋਕ ਦੇ ਪਹਿਲਾ ਵਿਅਕਤੀ ਹੈ ਮਾਮਾ ਮੱਘਰ ਸਿੰਘ। ਗੱਲ 100 ਸਾਲ ਤੋਂ ਵੱਧ ਪੁਰਾਣੀ ਹੈ। ਉਦੋਂ ਧੀਆਂ ਦਾ ਮਾਪਿਆਂ ਦੀ ਜਾਂ ਨੂੰਹਾਂ ਦਾ ਸਹੁਰਿਆਂ ਦੀ ਜ਼ਮੀਨ ਜਾਇਦਾਦ ਵਿੱਚੋਂ ਹਿੱਸੇਦਾਰ ਹੋਣਾ ਸਮਾਜਿਕ ਸੋਚ ਦਾ ਹਿੱਸਾ ਨਹੀਂ ਸੀ। ਅਜੇ ਨਾ ਇਹਦੀ ਕੋਈ ਕਲਪਨਾ ਹੀ ਕਰਦਾ ਸੀ ਅਤੇ ਨਾ ਮੰਗ। ਇਸਤਰੀ ਦੇ ਹੱਕਾਂ ਦੀ ਗੱਲ ਕੋਈ ਸੋਚਦਾ ਵੀ ਨਹੀਂ ਸੀ। ਮੁੰਡੇ ਵਾਲੇ ਵੀ ਅਜੇ ਦਾਜ ਦੀ ਅਤੇ ਵਿਆਹ ਵੇਲੇ ਦੀਆਂ ਸੁੱਖ ਸਹੂਲਤਾਂ ਦੀ ਲੰਮੀ ਸੂਚੀ ਕੁੜੀ ਵਾਲਿਆਂ ਅੱਗੇ ਪੇਸ਼ ਕਰਨ ਨਹੀਂ ਸਨ ਲੱਗੇ। ਜੋ ਜੇਵਰ ਅਤੇ ਲੀੜਾ ਕੱਪੜਾ ਆਦਿ ਜਿਹਨੂੰ ਆਮ ਬੋਲੀ 'ਚ ਟੂਮ ਟਾਕੀ ਕਿਹਾ ਜਾਂਦਾ ਸੀ, ਧੀ ਵਾਲੇ ਆਪੇ ਹੀ ਦੇ ਦਿੰਦੇ ਸੀ, ਉਹ ਮੁੰਡੇ ਵਾਲਿਆਂ ਨੂੰ ਪ੍ਰਵਾਨ ਹੁੰਦਾ ਸੀ। ਇਹਦਾ ਫੈਸਲਾ ਧੀ ਵਾਲਿਆਂ ਦੀ ਸਮਾਜਿਕ ਹੈਸੀਅਤ, ਮਾਇਕ ਸਮਰੱਥਾ ਅਤੇ ਪਰਿਵਾਰਕ ਇੱਛਾ ਕਰਦੀ। ਵਿਚੋਲਾ ਜ਼ਰੂਰ ਅੰਦਰੇ ਅੰਦਰ ਇਹ ਖਿਆਲ ਰੱਖਦਾ ਕਿ ਦੇਣ ਲੈਣ ਧੀ ਵਾਲਿਆਂ ਦੀ ਪੁੱਜਤ ਵਿੱਚ ਵੀ ਹੋਵੇ ਅਤੇ ਪੁੱਤ ਵਾਲਿਆਂ ਦੀ ਅਣਕਹੀ ਝਾਕ ਅਤੇ ਇੱਛਾ ਵੀ ਪੂਰੀ ਕਰਦੇ। ਇਸੇ ਕਰਕੇ ਕਹਾਵਤ ਸੀ, ਜਿਹਨੇ ਧੀ ਦੇ ਦਿੱਤੀ ਭਾਈ, ਉਹਨੇ ਪਿੱਛੇ ਕੀ ਰੱਖ ਲਿਆ, ਸਮਝੋ ਸਭੋ ਕੁਛ ਦੇ ਦਿੱਤਾ। ਉਸ ਜ਼ਮਾਨੇ 'ਚ ਮੇਰਾ ਨਾਨਾ ਪੂਰਾ ਹੋਣ ਵੇਲੇ ਪੁੱਤਾਂ ਨੂੰ, ਮੇਰੇ ਮਾਮਿਆਂ ਨੂੰ ਆਖ ਗਿਆ, ਬਾਕੀ ਸਭ ਕੁਝ ਤੁਹਾਡਾ। ਟਾਹਲੀ ਵਾਲਾ ਖੇਤ ਮੈਂ ਧਨਕੁਰ ਨੂੰ ਦੇ ਚੱਲਿਆ। ਧਨਕੁਰ ਮੇਰੀ ਮਾਂ ਦਾ ਨਾਂ ਸੀ। ਮੈਂ ਅੱਜ ਵੀ ਹੈਰਾਨ ਹੁੰਦਾ ਕਿ ਉਸ ਮਾਹੌਲ ਅਤੇ ਉਸ ਜ਼ਮਾਨੇ 'ਚ ਨਾਨੇ ਦੇ ਮਨ 'ਚ ਉੱਚਾ ਸੁੱਚਾ ਵਿਚਾਰ ਕਿਵੇਂ ਆਇਆ ਹੋਵੇਗਾ। ਮੈਂ ਦੇਖਿਆ ਤਾਂ ਨਹੀਂ, ਪਰ ਉਹ ਕੋਈ ਅੱਗੇ ਵਧੂ ਸਮਾਜਿਕ ਸਮਝ ਵਾਲਾ ਪੜ੍ਹਿਆ ਲਿਖਿਆ ਬੰਦਾ ਯਕੀਨਨ ਹੀ ਨਹੀਂ ਸੀ। ਉਹਨੇ ਕਿੱਥੋਂ ਪੜ੍ਹਨਾ ਸੀ। ਮੇਰੇ ਮਾਮੇ ਵੀ ਸੁਦੇ ਅਨਪੜ੍ਹ ਸੀ। ਉਹਨਾਂ ਲਈ ਕਾਲਾ ਅੱਖਰ ਮੈਸ ਬਰਾਬਰ ਸੀ। ਉਦੋਂ ਪਿੰਡਾਂ ਦੇ ਪਿੰਡ ਹੀ ਅਨਪੜ੍ਹਾਂ ਦੇ ਹੁੰਦੇ ਸਨ। ਕੋਈ ਬੰਦਾ ਡੇਰਿਓਂ, ਗੁਰਦੁਆਰਿਓਂ 5 ਗ੍ਰੰਥੀ 10 ਗ੍ਰੰਥੀ ਦਾ ਪਾਠ ਸਿੱਖਦਾ। ਜੋ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਪਾਠ ਕਰ ਲੈਂਦਾ, ਉਹ ਤਾਂ ਪਿੰਡ ਦਾ ਵਿਦਵਾਨ ਹੁੰਦਾ। ਲੋਕ ਉਹਨੂੰ ਅਕਸਰ ਗਿਆਨੀ ਜਾਂ ਗਿਆਨੀ ਜੀ ਆਖ ਕੇ ਬੁਲਾਉਂਦੇ। ਕੋਈ ਵਿਰਲਾ ਟਾਵਾਂ, ਖਾਸ ਕਰਕੇ ਕਿਸੇ ਫੌਜੀ ਜਾਂ ਹੋਰ ਮੁਲਾਜ਼ਮ ਦਾ ਮੁੰਡਾ ਦੂਰ ਨੇੜੇ ਦੇ ਸਕੂਲ ਦਾ ਮੂੰਹ ਦੇਖਦਾ। ਕੁੜੀਆਂ ਨੂੰ ਪੜ੍ਹਾਉਣਾ ਤਾਂ ਪਾਪ ਕਮਾਉਣ ਤੁੱਲ ਸਮਝਿਆ ਹੀ ਜਾਂਦਾ ਸੀ। ਮੁੰਡਿਆਂ ਬਾਰੇ ਵੀ ਪੜ੍ਹਾਈ ਵਿਰੋਧੀ ਕਹਾਵਤ ਸੀ, ਜੱਟ ਦਾ ਪੁੱਤ ਪੜ੍ਹ ਗਿਆ, ਬਲਦ ਕੋਠੇ ਚੜ੍ਹ ਗਿਆ, ਇੱਕ ਬਰਾਬਰ। ਮਤਲਬ ਜੇ ਕਿਸੇ ਘਰ ਪੌੜੀਆਂ ਬਣੀਆਂ ਹੁੰਦੀਆਂ ਅਤੇ ਕਿਸੇ ਕਾਰਨ ਡਰਿਆ ਬਲਦ ਪੌੜੀਆਂ ਰਾਹੀਂ ਭੱਜ ਕੇ ਛੱਤ ਉੱਤੇ ਜਾ ਚੜ੍ਹਦਾ ਤਾਂ ਉਹ ਵੱਡੀ ਮੁਸੀਬਤ ਖੜੀ ਕਰ ਦਿੰਦਾ, ਕਿਉਂਕਿ ਉਹਨੂੰ ਇੰਨੀ ਸਮਝ ਹੋਣ ਦਾ ਤਾਂ ਸਵਾਲ ਹੀ ਨਹੀਂ ਸੀ ਵੀ ਜਿੰਨੀ ਪੌੜੀਆਂ ਚੜ੍ਹਿਆ ਸੀ ਉਨੀ ਪੌੜੀਆਂ ਉੱਤਰ ਵੀ ਆਵੇ। ਜਿਉਂ-ਜਿਉਂ ਲੋਕ ਉਹਨੂੰ ਉਤਾਰਨ ਦਾ ਹੀਲਾ ਕਰਦੇ, ਹੋਰ ਡਰਦਾ। ਆਖਰ ਨੂੰ ਬਹੁਤੀ ਵਾਰ ਉਹ ਘਬਰਾ ਕੇ ਛੱਤ ਤੋਂ ਛਾਲ ਮਾਰ ਦਿੰਦਾ, ਲੱਤਾਂ ਤੁੜਵਾ ਲੈਂਦਾ। ਲੋਕਾਂ ਦਾ ਯਕੀਨ ਸੀ ਜੱਟ ਦਾ ਪੁੱਤ ਵੀ ਪੜ੍ਹ ਕੇ ਘਰ ਵਾਸਤੇ ਕੋਈ ਮੁਸੀਬਤ ਹੀ ਖੜੀ ਕਰੇਗਾ। ਗੱਲ ਕੀ, ਪੜ੍ਹਨਾ ਉਦੋਂ ਪੇਂਡੂਆਂ ਦੇ ਜੀਵਨ ਉਦੇਸ਼ਾਂ 'ਚ ਸ਼ਾਮਲ ਨਹੀਂ ਸੀ। ਪਾੜਿਆਂ ਨੂੰ ਆਮ ਲੋਕ ਲੁੱਚੇ ਤਾਂ ਸਮਝਦੇ ਆਖਦੇ ਹੀ ਸਨ। ਕੁੜੀਆਂ ਨੂੰ ਜੰਮਦੀਆਂ ਨੂੰ ਮਾਰਨਾ ਵੀ ਆਮ ਵਰਤਾਰਾ ਸੀ। ਦਾਈ ਤੋਂ ਇਲਾਵਾ ਹਰ ਪਿੰਡ 'ਚ ਕਿਸੇ ਨਾ ਕਿਸੇ ਚਾਚੀ ਤਾਈ ਨੇ ਅਨੁਭਵ ਦੇ ਆਧਾਰ 'ਤੇ ਇਸ ਕੰਮ ਦੀ ਮੁਹਾਰਤ ਹਾਸਲ ਕੀਤੀ ਹੁੰਦੀ। ਕੁੜੀ ਜੰਮੀ ਦਾ ਸੁਨੇਹਾ ਮਿਲੇ ਤੋਂ ਝੱਟ ਹਾਜ਼ਰ ਆ ਹੁੰਦੀ, ਜਿਵੇਂ ਕੋਈ ਜ਼ਰੂਰੀ ਜ਼ਿੰਮੇਵਾਰੀ ਨਿਭਾਉਣ ਆਈ ਹੋਵੇ। ਉਹ ਮਾਂ ਦੇ ਦੁੱਧ ਵਾਸਤੇ ਬੁੱਲ੍ਹ ਹਿਲਾਉਂਦੀ। ਨਵ ਜਨਮੀ ਬਾਲੜੀ ਨੂੰ ਬੜੀ ਸਹਿਜਤਾ ਨਾਲ ਗੋਦ 'ਚ ਪਾ ਕੇ ਉਹਦੇ ਮੂੰਹ ਨੂੰ ਅੱਕ ਦੇ ਦੁੱਧ 'ਚ ਜਾਂ ਫੀਮ ਦੇ ਘੋਲ 'ਚ ਭਿੱਜਿਆ ਰੂੰ ਦਾ ਫੰਬਾ ਲਾ ਦਿੰਦੀ। ਨਾਲ ਹੀ ਉਹ ਬੜੇ ਪਿਆਰ ਨਾਲ ਗਾਉਂਦੀ, ਗੁੜ ਖਾਈ ਪੂਣੀ ਕੱਤੀ, ਆਪ ਨਾ ਆਈ ਵੀਰ ਨੂੰ ਘੱਤੀ। ਰੂੰ ਦਾ ਜ਼ਹਿਰੀਲਾ ਫੰਬਾ ਚਪੋਲ ਕੇ ਤੇ ਉਹ ਯਮਦੂਤੀ ਲੋਰੀ ਸੁਣ ਕੇ ਬਾਲੜੀ ਇਸ ਜੱਗ 'ਚ ਅੱਖਾਂ ਖੋਲ੍ਹਣ ਤੋਂ ਪਹਿਲਾਂ ਹੀ ਜਿੱਧਰੋਂ ਆਈ ਹੁੰਦੀ ਪੁੱਟ ਪੈਰੀ ਉੱਧਰ ਹੀ ਮੁੜ ਜਾਂਦੀ। ਜਦੋਂ ਵੱਡੇ ਹੋ ਕੇ ਮੈਨੂੰ ਇਹਨਾਂ ਸਭ ਗੱਲਾਂ ਦੀ ਸਮਝ ਆਈ, ਮੇਰਾ ਸਿਰ ਨਾਨੇ ਦੀ ਯਾਦ ਅੱਗੇ ਝੁਕਣਾ ਸੁਭਾਵਕ ਸੀ। ਮੇਰੇ ਨਾਨਕੇ ਰੁਮਾਣਾ ਅਜੀਤ ਸਿੰਘ ਸਨ। 15 ਕੁ ਵਾਟ ਅਸੀਂ ਆਮ ਕਰਕੇ ਪੈਦਲ ਹੀ ਜਾਂਦੇ ਜਾਂ ਫਿਰ ਰਾਮਪੁਰਾ ਫੂਲ ਤੋਂ ਫੜੀ ਗੱਡੀ ਬਠਿੰਡੇ ਜੰਕਸ਼ਨ ਬਦਲ ਕੇ ਗੋਨਿਆਣਾ ਮੰਡੀ ਜਾ ਉਤਰਦੇ। ਉੱਥੋਂ ਟਾਂਗਾ ਲੈ ਕੇ ਘੰਟੇ 'ਚ ਸੂਏ ਦੇ ਪੁਲ 'ਤੇ ਜਾ ਪਹੁੰਚਦੇ। ਉੱਥੋਂ ਕੁ ਵਾਟ ਸੂਏ ਦੀ ਪਟੜੀ ਜਾ ਕੇ ਅੱਗੇ ਇੰਨੀ ਕੁ ਵਾਟ ਪਗਡੰਡੀ ਖੇਤਾਂ ਵਿੱਚੋਂ ਦੀ ਜਾਂਦੀ, ਫਿਰ ਮਾਮੇ ਦਾ ਘਰ ਆਉਂਦਾ। ਪਰ ਨਾਨਕਿਆਂ ਦੇ ਚਾਅ 'ਚ ਥਕੇਵਾਂ ਸਾਡੇ ਨੇੜੇ ਨਾ ਢੁੱਕਦਾ। ਮਾਮੇ ਤਾਂ ਮੇਰੇ 3 ਸੀ। ਉਹਨਾਂ ਦੀ ਇੱਕ ਗੱਲ ਬੜੀ ਦਿਲਚਸਪ ਸੀ, ਉਹ ਜਿਸ ਮਹੀਨੇ ਜੰਮਦੇ ਗਏ ਨਾਨੀ ਨੇ ਉਹ ਉਹਨਾਂ ਦੇ ਨਾਂ ਰੱਖਦੇ। ਚੇਤ ਵੱਡਾ ਸੀ, ਸਾਉਣ ਵਿੱਚ ਘਰਲਾ, ਮੱਘਰ ਛੋਟਾ। ਨਾਮਕਰਨ ਦੀ ਇਸ ਵਿਧੀ ਤੋਂ ਮੇਰੀ ਮਾਂ ਪਤਾ ਨਹੀਂ ਕਿਵੇਂ ਬਾਹਰ ਰਹਿ ਗਈ। ਸਾਉਣ ਮਾਮਾ ਮੇਰੀ ਸੁਰਤ ਤੋਂ ਪਹਿਲਾਂ ਗੁਜ਼ਰ ਗਿਆ। ਚੇਤ ਮਾਮੇ ਨੇ ਇੱਥੋਂ ਕੁਝ ਜ਼ਮੀਨ ਵੇਚ ਕੇ ਰਾਜਸਥਾਨ 'ਚ ਖੁੱਲ੍ਹੀ ਸਸਤੀ ਜ਼ਮੀਨ ਜਾ ਖਰੀਦੀ। ਉਹ ਬਹੁਤਾ ਉੱਥੇ ਹੀ ਰਹਿੰਦਾ। ਬਸ ਮਾਮਾ ਮੱਘਰ ਹੀ ਸਾਡੇ ਸਮੁੱਚੇ ਨਾਨਕੇ ਸੀ। ਮੇਰੀ ਮਾਂ ਦੱਸਦੀ ਹੁੰਦੀ, ਉਹ ਜਦੋਂ ਪਹਿਲ ਆਉਂਦਾ, ਸਵੇਰ ਦੀ ਰੋਟੀ ਘਰੋਂ ਖਾ ਕੇ ਆਉਂਦਾ, ਸ਼ਾਮ ਦੀ ਰੋਟੀ ਨਾਲ ਲੈ ਕੇ ਆਉਂਦਾ। ਅਗਲੇ ਦਿਨ ਦੇ ਰੋਟੀ ਵੇਲੇ ਤੋਂ ਪਹਿਲਾਂ ਹੀ ਉਹ ਸਵੇਰੇ ਲੱਸੀ ਦੇ 2 ਛੰਨੇ ਪੀ ਕੇ ਵਾਪਸ ਪਿੰਡ ਨੂੰ ਚੱਲ ਪੈਂਦਾ। ਘਰ ਦੀ ਲੱਸੀ ਹੋਣ ਦੇ ਬਾਵਜੂਦ
ਮਾਂ ਨੂੰ ਮਾਮੇ ਲਈ ਲੱਸੀ ਗੁਆਂਢੀਆਂ ਦਿਓ ਲਿਆਉਣੀ ਪੈਂਦੀ। ਲੱਸੀ ਤਾਂ ਉਹਨੇ ਸਾਡੇ ਘਰ ਦੀ ਕਿੱਥੋਂ ਪੀਣੀ ਸੀ, ਉਹਦੇ ਪੀਣ ਵਾਸਤੇ ਪਾਣੀ ਵੀ ਮਾਂ ਗੁਆਂਢੀਆਂ ਦੇ ਘਰੋਂ ਲਿਆਉਂਦੀ। ਕੁਛ ਚਿਰ ਇਹ ਰੀਤ ਇਉਂ ਨਿਭਦੀ ਰਹੀ। ਫਿਰ ਇੱਕ ਦਿਨ ਮੇਰੀ ਮਾਂ ਨੇ ਕਿਹਾ, ਵੇ ਵੀਰ ਮੱਘਰਾ, ਛੱਡ ਇਹ ਝੇੜਾ, ਤੂੰ ਮੇਰੇ ਘਰੋਂ ਸੱਜਰੀ ਰੋਟੀ ਖਾਇਆ ਕਰ। ਜਾਣ ਲੱਗਿਆ ਸਾਰੀ ਰੋਟੀ ਟੁੱਕ ਤੇ ਦੁੱਧ ਲੱਸੀ ਦਾ ਹਿਸਾਬ ਲਾ ਕੇ ਮੈਨੂੰ ਪੈਸੇ ਦੇ ਜਾਇਆ ਕਰ। ਉਹ ਹੱਸੀ, ਵਿੱਚੇ ਪਾਣੀ ਦੇ ਪੈਸੇ ਜੋੜ ਲਿਆ ਕਰ। ਮਾਂ ਦੀ ਅੱਧੀ ਗੰਭੀਰਤਾ ਨਾਲ ਤੇ ਅੱਧੀ ਹਾਸੇ 'ਚ ਕਈ ਗੱਲ ਮਾਮੇ ਦੇ ਦਿਲ ਨੂੰ ਜੱਚ ਗਈ। ਉਹ ਬਾਗੋ ਬਾਗ ਹੋ ਕੇ ਬੋਲਿਆ, ਕਾਕੀ ਇਹ ਤੂੰ ਬਹੁਤ ਵਧੀਆ ਸੋਚਿਆ। ਲੈ, ਇਹ ਗੱਲ ਮੇਰੀ ਅਕਲ 'ਚ ਕਿਉਂ ਨਹੀਂ ਆਈ? ਉਹ ਮੇਰੀ ਮਾਂ ਨੂੰ ਕਾਕੀ ਆਖਦਾ ਸੀ। ਤੇ ਜਦੋਂ ਅਸੀਂ ਵੱਡੇ ਹੋਏ ਜਾਣ ਵੇਲੇ ਉਹਨੂੰ ਖਾਧੇ ਪੀਤੇ ਦੇ ਪੈਸੇ ਦਿੰਦਾ ਦੇਖ ਕੇ ਟੋਕਦੇ, ਮਾਮਾ ਜੀ ਜ਼ਮਾਨਾ ਕਿਤੇ ਦਾ ਕਿਤੇ ਪਹੁੰਚ ਗਿਆ, ਤੁਹਾਡੀ ਭੈਣ ਦਾ ਘਰ ਹੈ, ਛੱਡੋ ਹੁਣ ਇਹ ਗੱਲਾਂ। ਉਹ ਝਿੜਕਦਾ, ਆਪਦੀਆਂ ਅਕਲਾਂ ਆਪਦੇ ਕੋਲ ਰੱਖੋ, 4 ਅੱਖਰ ਪੜ੍ਹ ਕੇ ਤੁਸੀਂ ਮੈਥੋਂ ਸਿਆਣੇ ਨਹੀਂ ਹੋ ਗਏ। ਜਾਣਦਾ ਮੈਂ ਤੁਹਾਡੇ ਜ਼ਮਾਨੇ ਨੂੰ, ਸਾਡੇ ਜ਼ਮਾਨੇ ਨਾਲੋਂ ਮਾੜਾ ਹੀ ਹੈ ਤੁਹਾਡਾ ਜ਼ਮਾਨਾ। ਅਸੀਂ ਕੱਚੇ ਜਿਹੇ ਹੋ ਕੇ ਚੁੱਪ ਕਰ ਜਾਂਦੇ। ਉਦੋਂ ਖੇਤੀ ਆਮ ਕਰਕੇ ਇੱਕ ਫਸਲ ਹੀ ਹੁੰਦੀ ਸੀ। ਮਾਮਾ ਸਾਡੀ ਜ਼ਮੀਨ 'ਚ ਕਣਕ ਬੀਜਦਾ। ਉਸ ਜ਼ਮੀਨ 'ਚ ਇੱਕ ਬੇਰੀ ਸੀ, ਪੁਰਾਣੀ, ਬਹੁਤ ਵੱਡੀ। ਉਹ ਸੀ ਤਾਂ ਦੇਸੀ, ਪਿਉਂਦੀ ਨਹੀਂ, ਪਰ ਉਹਨੂੰ ਬੇਰ ਬੜੇ ਮਿੱਠੇ ਤੇ ਵੱਡੇ ਗੁੱਦੇਦਾਰ ਲੱਗਦੇ। ਮਾਮਾ ਉਹਨੂੰ ਸਿਓ ਬੇਰੀ ਆਖਦਾ। ਬੇਰ ਕਣਕ ਤੋਂ ਥੋੜ੍ਹਾ ਪਹਿਲਾਂ ਪੱਕ ਜਾਂਦੇ। ਮਾਮਾ ਸੀਰੀ ਨੂੰ ਜਿੰਨੀ ਹਦਾਇਤ ਡੰਗਰ ਪਸ਼ੂ ਤੋਂ ਕਣਕ ਦੀ ਰਾਖੀ ਦੀ ਦਿੰਦਾ, ਉਨੀ ਮੁੰਡਿਆਂ ਖੁੰਡਿਆਂ ਤੋਂ ਬੇਰਾਂ ਦੀ ਰਾਖੀ ਦੀ ਦਿੰਦਾ। ਬੇਰ ਪੱਕਿਆਂ ਤੋਂ ਢਾਂਗੇ ਨਾਲ ਇੱਕ ਇੱਕ ਡਾਹਣੀ ਹਲੂਣ ਦਾ ਘਰ ਲਿਆ ਕੇ ਸੁੱਕਣੇ ਪਾ ਦਿੰਦਾ। ਸੁੱਕ ਕੇ ਉਹ ਛਿਹਾਰਿਆਂ ਵਰਗੇ ਹੋ ਜਾਂਦੇ। ਮਾਮਾ ਬੋਤੇ ਉੱਤੇ ਆਉਂਦਾ, ਸੁੱਕੇ ਬੇਰਾਂ ਦੀ ਬੋਰੀ ਲਿਆ ਰੱਖਦਾ। ਇੰਨੇ ਬੇਰ ਕੌਣ ਖਾਵੇ? ਸਾਡੇ ਕਈ ਸਕੇ ਸਾਡੇ ਹੋਰ ਗੁਆਂਢੀ ਘਰਾਂ ਦੇ ਕੰਮ ਆਉਂਦੇ। ਕਣਕ ਨਿਕਲਦੀ, ਮਾਮੇ ਦੇ ਗੱਡੇ ਸਾਡੇ ਬਾਰ ਅੱਗੇ ਆ ਖਲੋਂਦੇ। ਉਹ ਸਾਡੀ ਮਾਂ ਦੇ ਖੇਤ ਦੀ ਫਸਲ ਵਿੱਚੋਂ ਵਾਹੀਵਾਨ ਵਜੋਂ ਆਪਣਾ ਕੋਈ ਹਿੱਸਾ ਵੀ ਨਹੀਂ ਸੀ ਰੱਖਦਾ। ਕਣਕ ਦੀਆਂ ਬੋਰੀਆਂ, ਤੂੜੀ ਤੇ ਉਹਦੇ ਉੱਤੇ ਰੱਖੀ ਹੋਈ ਕੁੰਡੀਆਂ ਦੀ ਪੰਡ। ਕਣਕ ਦੀ ਗਹਾਈ ਵੇਲੇ ਬਲਦਾਂ ਦੇ ਪੈਰਾਂ ਨਾਲ ਦਾਣੇ ਤਾਂ ਬੱਲੀਆਂ 'ਚੋਂ ਨਿਕਲਦੀ ਹੈ, ਨਾੜ ਵੀ ਟੁੱਟ ਕੇ ਤੂੜੀ ਬਣ ਜਾਂਦੀ ਹੈ। ਨਾੜ ਦੇ ਗੰਢਾਂ ਵਾਲੇ ਹਿੱਸੇ ਜੋ ਪਸ਼ੂਆਂ ਨੂੰ ਚਾਰਨ ਦੇ ਕੰਮ ਨਹੀਂ ਆਉਂਦੇ, ਤੂੜੀ ਨਾਲੋਂ ਭਾਰੀ ਹੋਣ ਕਰਕੇ ਛੱਜਲੀ ਲਾਉਣ ਵੇਲੇ ਹਵਾ ਨਾਲ ਵੱਖ ਹੋ ਜਾਂਦੇ ਹੈ। ਇਹਨਾਂ ਨੂੰ ਕੁੰਡੀਆਂ ਕਿਹਾ ਜਾਂਦਾ ਹੈ ਤੇ ਇਹ ਤੰਦੂਰ 'ਚ ਬਾਲਣ ਦੇ ਕੰਮ ਹੀ ਆਉਂਦੀਆਂ। ਕਾਲੇ ਖਾਂ ਘੁਮਿਆਰ ਮਾਮੇ ਦਾ ਪੂਰਾ ਇਤਬਾਰੀ ਸੀ। ਘਰ ਵਿੱਚ ਜੋ ਮਰਜ਼ੀ ਚੁੱਕੇ, ਜੋ ਮਰਜ਼ੀ ਰੱਖੇ। ਮਾਮਾ ਫਸਲਾਂ ਦੀਆਂ ਗਿਣਤੀਆਂ ਮਿਣਤੀਆਂ ਤੋਂ ਵੀ ਮੁਕਤ ਸੀ। ਇਹੋ ਜਿਹੇ ਸਭ ਝੰਜਟ ਉਹਨੇ ਕਾਲੇ ਦੇ ਗਲ ਪਾਏ ਹੋਏ ਸੀ। ਮਾਮੇ ਨਾਲ ਕਾਲਾ ਵੀ ਆਉਂਦਾ। ਇੱਕ ਵਾਰੀ ਮਾਮੇ ਨੂੰ ਪਰੇ ਗਿਆ ਦੇਖ ਮੇਰੀ ਮਾਂ ਆਖਣ ਲੱਗੀ, ਵੇ ਭਾਈ ਕਾਲਿਆ, ਮੇਰਾ ਭੋਲਾ ਭਰਾ ਤਾਂ ਜਿਹੋ ਜਿਹਾ ਹੈ ਸੋ ਹੈ, ਤੂੰ ਹੀ ਇਹਨੂੰ ਸਮਝਾਇਆ ਕਰ। ਭਲਾ ਇਹ ਘੁੰਡੀਆਂ ਦੀ ਗੱਠੜ ਕਿਉਂ ਐਵੇਂ ਵਾਧੂ ਚੱਕੀ ਫਿਰਦੇ ਹੋ? ਮੇਰੇ ਕਿਸ ਕੰਮ? ਤੰਦੂਰ ਮੈਂ ਬਾਲਣਾ ਨਹੀਂ, ਹੋਰ ਇਹ ਮੇਰੇ ਕੰਮ ਕਿਹੜੇ ਆਉਂਦੀਆਂ? ਕਾਲਾ ਹੱਸਿਆ, ਭੂਆ ਚੰਗਾ ਫਸਾਉਣ ਲੱਗੀ ਆਂ ਤੂੰ ਮੈਨੂੰ। ਚਾਚੇ ਨੂੰ ਮੈਂ ਕਹਾਂ ਭੂਆ ਦੀ ਕਣਕ ਦੀਆਂ ਘੁੰਡੀਆਂ ਇੱਥੇ ਹੀ ਪਈਆਂ ਰਹਿਣ ਦੇ, ਤੇ ਫਿਰ ਕਈ ਦਿਨ ਉਹਦੇ ਸਲੋਕ ਸੁਣਦਾ ਰਹਾਂ। ਇਹ ਗੱਲ ਇੱਧਰ ਨੂੰ ਆਉਂਦੇ ਮਾਮੇ ਨੇ ਵੀ ਸੁਣ ਲਈ। ਬੋਲਿਆ, ਕੌਣ ਕਿਹਨੂੰ ਸਲੋਕ ਸੁਣਾਉਂਦਾ ਬਈ ਕਾਲੇ ਖਾਂ? ਕਾਲਾ ਕਹਿੰਦਾ, ਚਾਚਾ, ਸਲੋਕ ਮੈਨੂੰ ਤੂੰ ਸੁਣਾਏਂਗਾ, ਹੋਰ ਕੌਣ ਸੁਣਾਊ? ਭੂਆ ਕਹਿੰਦੀ, ਆਪਦੇ ਚਾਚੇ ਨੂੰ ਆਖ ਘੁੰਡੀਆਂ ਨਾ ਲਿਆਇਆ ਕਰੇ, ਮੇਰੇ ਕਿਸੇ ਕੰਮ ਨਹੀਂ। ਮਾਮੇ ਨੇ ਸਲਾਹ ਦਿੱਤੀ, ਕਾਕੀ, ਜੇ ਤੰਦੂਰ ਨਹੀਂ ਬਾਲਣਾ, ਰੂੜੀ 'ਤੇ ਸਿੱਟ ਦਿਆ ਕਰ, ਵਧੀਆ ਰੇਹ ਬਣੂ। ਕਾਲੇ ਨੇ ਮੇਰੀ ਮਾਂ ਦੀ ਓਟ ਤੱਕ ਕੇ ਭੇਤ ਖੋਲ੍ਹਿਆ। ਚਾਚੇ ਨੇ ਘੁੰਡੀਆਂ ਕਿੱਥੋਂ ਪਿੱਛੇ ਛੱਡ ਕੇ ਆਉਣੀਆਂ ਨੇ? ਭੂਆ ਆਪਣੇ ਢੇਰ ਤੋਂ ਤੇਰੀ ਤੂੜੀ 'ਚ ਪੰਡ ਤੂੜੀ ਦੀ ਤੇ ਦਾਣਿਆਂ 'ਚ 2 ਪਰਾਤਾਂ ਦਾਣਿਆਂ ਦੀਆਂ ਪਾ ਦਿੰਦਾ। ਮੇਰੀ ਮਾਂ ਹੈਰਾਨ ਹੋਈ, ਭਾਈ ਮੱਘਰਾ ਇਹ ਕਿਉਂ? ਮਾਮੇ ਨੇ ਭੇਤ ਸਮਝਾਇਆ। ਹਵਾ ਹਨੇਰੀ ਨਾਲ ਤੇਰੇ ਖੇਤ ਦੀਆਂ ਬੱਲੀਆਂ ਮੇਰੇ ਖੇਤ ਵਿੱਚ ਤੇ ਤੇਰੇ ਪਿੜ ਦੇ ਦਾਣੇ ਮੇਰੇ ਪਿੜ 'ਚ ਰਲ ਜਾਣ ਤਾਂ ਤੇਰੇ ਖੇਤ ਦਾ ਅੰਨ ਖਾ ਕੇ ਮੈਂ ਨਰਕਾਂ ਨੂੰ ਜਾਵਾਂ। ਹੁਣ ਉਹ ਅਵਸਥਾ ਬਣ ਗਈ ਸੀ ਜਿੱਥੇ ਪਹੁੰਚ ਕੇ ਸਭ ਸ਼ਬਦ ਖਤਮ ਹੋ ਜਾਂਦੇ ਹਨ। ਮੇਰੀ ਮਾਂ ਵੀ ਮੋਹ ਮਮਤਾ ਨਾਲ ਛਲਕਦੀਆਂ ਅੱਖਾਂ ਪੂੰਝ ਕੇ ਚੁੱਪ ਕਰ ਗਈ। ਧੰਨਵਾਦ।